ਅਸੀਂ ਅੱਜ ਇਹ ਵੇਖਾਂਗੇ ਕਿ ਗੁਰਦਾਸਪੁਰ ਜ਼ਿਲ੍ਹਾ ਮੈਨੇਜਮੈਂਟ ਜੋ ਕਰ ਰਿਹਾ ਹੈ ਕੋਵਿਡ ਦੀ ਉਹਦੇ ਵਿੱਚ ਕਿਹੜੀ ਕਿਹੜੀ ਨਵੀਆਂ ਡਿਵੈਲਪਮੈਂਟਸ ਨੇ ਔਰ ਅਸੀਂ ਕਿੱਦਾਂ ਉਹਨੂੰ ਠੀਕ ਕਰ ਸਕਦੇ ਹਾਂ। ਪਹਿਲੀ ਗੱਲ ਤਾਂ ਇਹ ਵੇਖਿਆ ਗਿਆ ਸੀ ਕੋਵਿਡ-19 ਅਪਡੇਟ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਵਾਸੀਆਂ ਦਾ ਸਵਾਗਤ ਹੈ। ਅੱਜ ਦੇ ਅਸੀਂ ਅਪਡੇਟ ਦੇ ਵਿੱਚ ਕੋਵਿਡ ਦੀ ਮੈਨੇਜਮੈਂਟ ਨੂੰ ਲੈ ਕੇ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਨੇ ਉਹਨਾਂ ਦੇ ਬਾਰੇ ਗੱਲ ਕਰਾਂਗੇ ਔਰ ਇਹ ਵੇਖਾਂਗੇ ਕਿ ਕੀ ਸਰਕਾਰ ਵੱਲੋਂ ਨਵੇਂ ਕਦਮ ਚੁੱਕੇ ਗਏ ਨੇ ਜਿਹਦੇ ਨਾਲ ਕੋਵਿਡ ਨੂੰ ਛੇਤੀ ਨਾਲ ਮੈਨੇਜ ਕੀਤਾ ਜਾ ਸਕੇ। ਪਹਿਲੀ ਗੱਲ ਤਾਂ ਜਿਵੇਂ ਕਿ ਪਹਿਲਾਂ ਹੁੰਦਾ ਸੀਗਾ ਕਿ ਜਿਹੜੇ ਪੇਸ਼ੈਂਟ ਮਾਈਲਡਲੀ ਸਿੰਪਟੋਮੈਟਿਕ ਨੇ ਜਾਂ ਏਸਿੰਪਟੋਮੈਟਿਕ ਨੇ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਸੀ ਕਿ ਘਰ 'ਚ ਹੋਮ ਆਈਸੋਲੇਸ਼ਨ ਕਰਨ ਵਾਸਤੇ। ਇਸ ਹਫ਼ਤੇ ਤੋਂ ਪੰਜਾਬ ਸਰਕਾਰ ਦੁਆਰਾ ਕੇਵਲ ਸੈਲਫ ਡਿਕਲੇਰੇਸ਼ਨ ਦੇ ਬੇਸ ਤੇ ਇਸ ਗੱਲ ਦੀ ਪ੍ਰਵਾਨਗੀ ਦਿੱਤੀ ਗਈ ਹੈ ਕਿ ਉਹ ਆਪਣੇ ਘਰ ਰਹਿ ਸਕਦੇ। ਇਹਦੇ ਨਾਲ ਬਹੁਤ ਸਾਰੇ ਉਹਨਾਂ ਪੇਸ਼ੈਂਟਸ ਦਾ ਖਦਸ਼ਾ ਦੂਰ ਹੋ ਗਿਆ ਜਿਨ੍ਹਾਂ ਨੂੰ ਇਹ ਲੱਗਦਾ ਸੀਗਾ ਕਿ ਜੇਕਰ ਉਹ ਪੋਜ਼ੀਟਿਵ ਆ ਗਏ ਉਹਨਾਂ ਨੂੰ ਜ਼ਬਰਦਸਤੀ ਹਸਪੀਟਲ ਜਾਣਾ ਪਏਗਾ ਜਾਂ ਮਨਜ਼ੂਰੀਆਂ ਲੈਣ ਦੇ ਲਈ ਸਰਕਾਰੀ ਅਧਿਕਾਰੀਆਂ ਦੇ ਅੱਗੇ ਪਿੱਛੇ ਘੁੰਮਣਾ ਪਏਗਾ। ਦੂਸਰੀ ਗੱਲ, ਮੈਂ ਕੁਝ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਕਿ ਕੋਵਿਡ ਮੈਨੇਜਮੈਂਟ ਨੂੰ ਅਸੀਂ ਗੁਰਦਾਸਪੁਰ ਦੇ ਵਿੱਚ ਕਾਫੀ ਸਾਇੰਟੀਫਿਕ ਬੇਸਿਸ ਨਾਲ ਟਰੈਕ ਕਰ ਰਹੇ ਹਾਂ। ਜੇ ਅੱਜ ਅਸੀਂ ਦੇਖੀਏ ਸਾਡਾ ਜੋ ਡੈਥ ਰੇਟ ਹੈ ਉਹ 21 ਤੇ 22 ਅਗਸਤ ਨੂੰ ਇੱਕਦਮ ਵਧਿਆ ਸੀਗਾ, ਹੁਣ ਘਟ ਗਿਆ ਦੁਬਾਰਾ ਤੇ ਫਿਰ ਨਾਰਮਲ ਆ ਗਿਆ। ਸਾਡੇ ਜਿਹੜੇ ਸੀਰੀਅਸ ਪੇਸ਼ੈਂਟ ਹੈ ਉਹਦੀ ਵੀ ਜੇ ਸਕਰੀਨ ਦੇਖੀਏ ਅਸੀਂ ਤਾਂ ਉਹ ਘਟ ਗਿਆ। ਇਹ ਸਾਹਮਣੇ ਮੈਂ ਸਕਰੀਨ ਦਿਖਾ ਰਿਹਾ, ਇੱਥੇ ਤੁਸੀਂ ਗ੍ਰਾਫ ਤੋਂ ਦੇਖ ਸਕਦੇ ਹੋ ਕਿ ਜਿਹੜੇ ਪੇਸ਼ੈਂਟ ਦੀ ਡੈਥ ਹੋ ਰਹੀ ਹੈ ਉਹ ਪਹਿਲਾਂ ਗ੍ਰਾਫ ਉੱਪਰ ਗਿਆ ਸੀਗਾ ਫਿਰ ਘਟ ਗਿਆ। ਇੰਨੀ ਡੈਥ ਵੀ ਹੋਣੀ ਚਾਹੀਦੀ, ਬਹੁਤ ਮਾੜੀ ਗੱਲ ਹੈ, ਪਰ ਫਿਰ ਵੀ ਕੁਛ ਇਹਦੀ ਕੰਟਰੋਲ ਹੋਇਆ। ਜਿਹੜੇ ਪੇਸ਼ੈਂਟ ਆਕਸੀਜਨ ਤੇ ਨੇ ਉਹਨਾਂ ਦੀ ਗਿਣਤੀ ਫਿਰ ਨੀਚੇ ਆਣੀ ਸ਼ੁਰੂ ਹੋ ਗਈ ਹੈ ਔਰ ਜਿਹੜਾ ਅਸੀਂ ਟੈਸਟਿੰਗ ਹੈ ਇਹ ਕਾਫੀ ਵਧਾਈ ਹੈ। ਸਾਡੇ ਹੁਣ ਤਕਰੀਬਨ 1600-1700 ਸੈਂਪਲ ਜਿਹੜੇ ਰੋਜ਼ ਦੇ ਹੋ ਰਹੇ ਨੇ ਔਰ ਮੇਰੀ ਕੋਸ਼ਿਸ਼ ਹੈ ਕਿ ਅਸੀਂ ਇਹ ਸੈਂਪਲ ਵਧਾ ਕੇ 3000 ਰੋਜ਼ ਦੇ ਕਰਨੇ ਸ਼ੁਰੂ ਕਰੀਏ। ਨੈਚੁਰਲੀ ਜੇ ਸੈਂਪਲਿੰਗ ਵੱਧ ਕਰਾਂਗੇ ਤਾਂ ਡਿਟੈਕਸ਼ਨ ਜ਼ਿਆਦਾ ਹੋਣਗੀਆਂ, ਉਹ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਹਰ ਪੇਸ਼ੈਂਟ ਨੂੰ ਆਪਣੇ ਘਰੇ ਆਈਸੋਲੇਟ ਹੋ ਸਕਦਾ ਹੈ। ਜੇ ਆਪਾਂ ਇਹ ਵੇਖੀਏ ਕਿ ਅਸੀਂ ਰੈਪਿਡ ਐਂਟੀਜਨ ਟੈਸਟਿੰਗ ਕਿੱਟਾਂ ਨਾਲ ਟੈਸਟਿੰਗ ਕਰ ਰਹੇ ਹਾਂ, RT-PCR ਨਾਲ ਟੈਸਟਿੰਗ ਕਰ ਰਹੇ ਹਾਂ, ਉਹਦੇ ਨਾਲ ਸਾਡੀ ਟੈਸਟਿੰਗ ਦੀ ਜਿਹੜੀ ਕੈਪੈਸਿਟੀ ਵਾਧਾ ਹੋਇਆ। ਅਸੀਂ ਤਕਰੀਬਨ 1000 ਸੈਂਪਲ ਲੈ ਰਹੇ ਹਾਂ RT-PCR ਦਾ, ਜੋ ਕਿ ਅੰਮ੍ਰਿਤਸਰ ਤੋਂ ਰਿਪੋਰਟ ਆਉਂਦੀ ਹੈ, ਤੇ ਰੈਪਿਡ ਐਂਟੀਜਨ ਟੈਸਟ ਅਸੀਂ ਲੈ ਰਹੇ ਹਾਂ ਆਪਣੇ ਇੱਥੇ ਟੈਸਟਿੰਗ ਹੋ ਜਾਂਦੀ ਹੈ। ਹੁਣ ਸਾਡੇ ਰੈਪਿਡ ਐਂਟੀਜਨ ਟੈਸਟਿੰਗ ਦਾ ਕੰਮ ਕਾਫੀ ਤੇਜ਼ ਨਾਲ ਆ ਗਿਆ ਤੇ ਜੋ ਇਹਦੇ ਟੈਸਟ ਵੱਧ ਹੋ ਰਹੇ ਨੇ, ਇਸ ਥੋੜ੍ਹੇ ਜਿਹੇ ਪੋਜ਼ੀਟਿਵ ਵੱਧ ਆ ਰਹੇ ਨੇ ਤੇ ਜ਼ਿਲ੍ਹੇ ਦੇ ਬਾਹਰ ਵੀ ਟੈਸਟਿੰਗ ਹੋ ਰਹੀ ਹੈ। ਜਿਹੜੇ ਪੇਸ਼ੈਂਟ ਜ਼ਿਲ੍ਹੇ ਤੋਂ ਬਾਹਰ ਨੇ ਉਹਨਾਂ ਦੇ ਉੱਤੇ ਟੈਸਟ ਹੁੰਦੇ ਨੇ, ਉਹ ਵੀ ਆ ਰਹੇ ਨੇ। ਸੋ ਸਾਰੇ ਗ੍ਰਾਫ ਤੋਂ ਆਪਾਂ ਦੇਖ ਸਕਦੇ ਹਾਂ ਕਿ ਕੋਵਿਡ ਦੀ ਸਿਚੁਏਸ਼ਨ ਜਿਹੜੀ ਐਪੀਡੀਮੋਲੋਜੀ ਦੇ ਮਾਹਿਰ ਹੈ ਉਹਨਾਂ ਦਰਸਾਈ ਗਈ ਸੀ ਕਿ ਇਹਨਾਂ ਦਿਨਾਂ 'ਚ ਗੁਰਦਾਸਪੁਰ ਬਹੁਤ ਖਤਰਨਾਕ ਤੇ ਭਿਆਨਕ ਹੋ ਜਾਵੇਗੀ। ਇਨਫੈਕਟ ਜੋ ਪ੍ਰੈਡਿਕਸ਼ਨ ਸੀ ਮਿਸਟਰ ਨਿਪੁੰਨ ਦੀ, ਜੋ ਕਿ ਮੈਂ ਪਿਛਲੇ ਹਫ਼ਤੇ ਸਾਂਝੀ ਕੀਤੀ ਸੀਗੀ, ਉਹਨਾਂ ਸਰ ਰੋਜ਼ ਦੀਆਂ 8 ਤੋਂ 16 ਮੌਤਾਂ ਗੁਰਦਾਸਪੁਰ 'ਚ ਹੋਣੀਆਂ ਸਨ, ਪਰੰਤੂ ਐਗਰੈਸਿਵ ਟੈਸਟਿੰਗ ਕਰਕੇ ਅਸੀਂ ਬਚਾ ਸਕੇ। ਪਰ ਫਿਰ ਵੀ ਸਾਨੂੰ ਰਿਪੋਰਟਸ ਆ ਰਹੀਆਂ ਨੇ ਕਿ ਬਹੁਤ ਸਾਰੇ ਨਾਗਰਿਕ ਟੈਸਟ ਨਹੀਂ ਕਰਾਉਣਾ ਚਾਹੁੰਦੇ। ਜੇ ਆਪਾਂ ਟੈਸਟ ਨਹੀਂ ਕਰਾਵਾਂਗੇ ਤਾਂ ਐਡਮਿਨਿਸਟ੍ਰੇਸ਼ਨ ਕੋਲ ਇੱਕੋ ਹੀ ਆਪਸ਼ਨ ਹੈ, ਉੱਥੇ ਅਸੀਂ ਲਾਕਡਾਊਨ ਕਰ ਦੇਈਏ। ਦੇਖੋ, ਵਾਇਰਸ ਦਾ ਕੋਈ ਇਲਾਜ ਨਹੀਂ ਹੈ, ਕੇਵਲ ਆਪਾਂ ਚੇਨ ਨੂੰ ਤੋੜਨਾ ਹੈ। ਚੇਨ ਨੂੰ ਤੋੜਨ ਦੇ ਦੋ ਤਰੀਕੇ ਨੇ, ਜਾਂ ਤਾਂ ਅਸੀਂ ਟੈਸਟ ਕਰਾਈਏ, ਜਿਹੜਾ ਲੋਕ ਪੋਜ਼ੀਟਿਵ ਨੇ ਉਹ 10 ਦਿਨ ਆਪਣੇ ਘਰੇ ਬੈਠ ਜਾਣ ਤਾਂ ਕਿ ਉਹ ਇਨਫੈਕਸ਼ਨ ਅੱਗੇ ਨਾ ਪਾਸ ਕਰ ਸਕਣ, ਚੇਨ ਟੁੱਟ ਜਾਏ। ਇਹ ਇੱਕ ਬੜਾ ਐਫੀਸ਼ੀਐਂਟ ਵੇ ਹੈ।
ਜਾਂ ਦੂਸਰਾ ਤਰੀਕਾ ਇਹ ਹੈ ਜੀ ਟੈਸਟਿੰਗ ਨਹੀਂ ਹੋਏਗੀ ਤਾਂ ਸਾਨੂੰ ਲਾਰਜ ਸਕੇਲ ਤੇ ਏਰੀਆ ਬੰਦ ਕਰਨਾ ਪੈਂਦਾ ਹੈ। ਉਹਦੇ ਨਾਲ ਵਪਾਰ ਦੇ ਉੱਪਰ, ਲੋਅਰ ਮਿਡਲ ਕਲਾਸ ਤੇ, ਇੱਥੋਂ ਤੱਕ ਮਿਡਲ ਕਲਾਸ ਦੇ ਉੱਪਰ ਵੀ ਔਰ ਗਰੀਬ ਬੰਦਿਆਂ ਦੇ ਬਹੁਤ ਮਾੜਾ ਅਸਰ ਪੈਂਦਾ ਹੈ। ਇਕਨੋਮੀ ਸ਼ੈਟਰ ਹੋ ਜਾਂਦੀ ਹੈ। ਸੋ ਜੇਕਰ ਅਸੀਂ ਲਾਕਡਾਊਨ ਤੋਂ ਬਚਣਾ ਹੈ, ਮਹਾਮਾਰੀ ਤੋਂ ਬਚਣਾ ਹੈ, ਤਾਂ ਸਾਰੇ ਨਾਗਰਿਕਾਂ ਨੂੰ ਟੈਸਟ ਕਰਾਉਣ ਦੇ ਵਿੱਚ ਅੱਗੇ ਆਉਣਾ ਚਾਹੀਦਾ। ਹੁਣ ਤਾਂ ਪਾਲਿਸੀ ਇੰਨੀ ਸਰਲ ਕਰ ਦਿੱਤੀ ਗਈ ਹੈ ਕਿ ਤੁਹਾਨੂੰ ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ, ਤੁਹਾਡੇ ਆਪਣੇ 2 ਹੱਥ ਦੀਆਂ ਲਿਖੀਆਂ ਲਾਈਨਾਂ ਸਫੀਸ਼ੀਐਂਟ ਨੇ ਘਰ 'ਚ ਆਈਸੋਲੇਟ ਕਰਨ ਵਾਸਤੇ। ਸਾਡਾ ਮੁੱਖ ਮੰਤਵ ਇਹੀ ਹੈ ਕਿ ਜਿੱਥੇ ਤੇ ਵਾਇਰਸ ਫੈਲ ਚੁੱਕੇ ਆ ਜਿਹੜੇ ਬੰਦਿਆਂ ਦੇ, ਕਿਉਂਕਿ ਵਾਇਰਸ ਆਪਣੇ ਆਪ ਕੈਰੀ ਨਹੀਂ ਹੁੰਦਾ, ਵਾਇਰਸ ਨੂੰ ਕੋਈ ਨਾ ਕੋਈ ਇਨਸਾਨ ਕੈਰੀ ਕਰਦਾ ਹੈ, ਉਹਨਾਂ ਨੂੰ ਲੱਭ ਕੇ ਉਹਨਾਂ ਦੇ ਘਰ ਦੇ ਵਿੱਚ ਆਈਸੋਲੇਟ ਕਰ ਦਿੱਤਾ ਜਾਵੇ, ਇਸ ਚੇਨ ਨੂੰ ਤੋੜਿਆ ਜਾਵੇ। ਮੈਂ ਅਪੀਲ ਕਰਾਂਗਾ ਸਾਡੇ ਜਿਹੜੇ ਗੁਰਦਾਸਪੁਰ ਸ਼ਹਿਰ, ਦੀਨਾਨਗਰ, ਧਾਰੀਵਾਲ, ਫਤਿਹਗੜ੍ਹ ਚੂੜੀਆਂ ਤੇ ਬਟਾਲਾ, ਇਸ ਏਰੀਆ ਦੀ ਸੈਂਪਲਿੰਗ ਵੱਧ ਤੋਂ ਵੱਧ ਕਰਵਾਓ ਤਾਂ ਜੋ ਅਸੀਂ ਬਚ ਸਕੀਏ। ਇਸ ਵੇਲੇ ਜੋ ਅੱਜ ਦੀ ਸਾਡੀ ਸਥਿਤੀ ਹੈ, ਅਸੀਂ ਹੁਣ ਤੱਕ 60,698 ਸੈਂਪਲ ਕਰ ਚੁੱਕੇ ਹਾਂ, ਜਿਹਦੀ ਜੋ 58,040 ਲੋਕ ਨੈਗੇਟਿਵ ਪਾਏ ਗਏ। टोटल पॉजिटिव 1224 ने और दूजे जिले 230 लोग पॉजिटिव पाए गए हैं। असं एक होर लगे मशीन लाई है जिस पर ट्रू रेंट मशीन कहने हैं, वो राही 25 पेशेंट पॉजिटिव पाए गए हैं। और जो असी रैपिड एंटीजन टेस्टिंग किट यूज करनी शुरू की है, वो राही 475 केस पॉजिटिव पाए गए। असी 1954 केसा आइडेंटिफाई कर पाए हैं। ऐसे तकरीबन 1400 सैंपल जोड़े ने अमृतसर विखे भेजे हुए हैं, जिन्हें सानू रिपोर्ट का इंतजार है। साड़ी जो टेस्टिंग पर मिलियन है वो 35,704 है। इस वेले साढ़े कोले 324 पेशेंट ऐसे ने, सॉरी 475 पेशेंट ऐसे ने जिहड़े कि होम आइसोलेशन ने। 47 मौतें हो चुकी ने और 23 पेशेंट सिम्पटोमैटिक ने, 4 पेशेंट ऑक्सीजन ते ने, 1 पेशेंट वेंटिलेटर। जिन्नी भी मौतें हो रही हैं या सीरियस पेशेंट जा रहे हैं, उन्होंने एक कॉमन गल सामने आई है कि उन्होंने अपना टेस्ट करवाने की देरी की कि उन्होंने मौके समय सिर जो ऑक्सीजन की सप्लाई होती है या और कोई दूसरा ट्रीटमेंट होता वो नहीं मिल सकेगा। सो मैं यही अपील कराँगा खास तौर पर गुरदासपुर के खास तौर पर शहर के, क्योंकि गुरदासपुर शहर सब तो घट कोऑपरेशन मिल रही है टेस्टिंग कराने के। बटाला भी ठीक मिली है, फतेहगढ़ चूड़ियां पहले घट सी, परंतु हूँ उत्थे के काफ़ी मोहतबर बंदे ने अगे आके जिम्मेवारी ली तो उन्होंने टेस्टिंग करवाई है। उत्थे से वायरस में कंटेन करना शुरू कर दिता है। इतिहास सॉफ्टवेयर से जो डाटा है वो दर्शान लग गया है कि पहले एक्सपोजर घट रहा है, परंतु गुरदासपुर के दीनानगर के सानू वो कोऑपरेशन अजे नहीं मिल रही है जो मिलनी चाहिए सी। तरीके नाल देखा जाए जो गुरदासपुर एक्सपोजर लैवल है इस वेले शहर के तकरीबन 500 सैंपल रोज़ के होने चाहिए हैं, अजे भी 350 सैंपल रोज़ के हो रहे हैं। ये जो सैंपल असीं घट करांगे, जिहड़े पेशेंट एसिम्पटोमैटिक ने या माइल्डली सिम्पटोमैटिक ने वो घूमते रहेंगे और अपने आस पास इन्फैक्शन फैलाते रहेंगे तो ये बीमारी बढ़ती रहेगी और हौली हौली बढ़ती बढ़ती ये उन्होंने लोगों तक पहुँचेगी जिहड़े कि सीरीयसली बीमार ने पहला ही या उम्र बहुत ज़्यादा है तो उन्होंने मौत का कारण बनेगी। सो जो कोई पेशेंट पॉजिटिव है टेस्ट नहीं करा रहा तो एक बहुत बड़ा पाप कर रहे हैं और बहुत सारे लोगों को खास तौर पर जो लोग ने वो अपने जानकारी होंगे ने, अपने रिश्तेदार होंगे ने, अपने सगे संबंधी होंगे ने। सो मैं गुरदासपुर शहर वासियों भी अपील कराँगा कि आप अपने टेस्ट करवाइए। बड़ी लिबरल होम आइसोलेशन पॉलिसी है। दूसरा जोड़े व्यक्ति होम आइसोलेशन पाए गए हैं उन्होंने मैं बेनती कराँगा कि तुम घूमन फिरन वास्ते बाहर नहीं करना। अभी चैकिंग कर रहे हैं, मोबाइल फोन की ट्रैकिंग भी कर रहे हैं, बड़ी सख्त कार्रवाई की जाएगी क्योंकि बिल्कुल ठीक नहीं है कि असी टेस्ट कराइए और पॉजिटिव पाए जाइए और बाद बाहर घूमते रहिए। तीसरी गल मास्क बारे, मास्क पाने के नाल असी 80% बीमारी तो बच सकते हैं। इनफैक्ट डॉक्टर के तलवार जो कि ये माहिर ने उन्होंने लास्ट मीटिंग गल दसी सी कि जी नवीं वैक्सीन डिवेलप भी हो रही हैं उन्होंने वध कारगर तो मास्क है।
ਮਾਸਕ ਨਾਲ ਸਾਨੂੰ 70-80% ਚਾਂਸਿਸ ਖਤਮ ਹੋ ਜਾਂਦੇ ਨੇ ਬਿਮਾਰੀ ਫੈਲਣ ਦੇ। ਮੈਂ ਸ਼ਹਿਰ ਦੇ ਵਿੱਚ ਅੱਜ ਵੀ ਜਿਹੜਾ ਚੱਕਰ ਮਾਰ ਕੇ ਵੇਖਿਆ ਸੀਗਾ, ਗੁਰਦਾਸਪੁਰ ਸ਼ਹਿਰ ਦੀ ਮਾਰਕੀਟ 'ਚ ਖਾਸ ਤੌਰ 'ਤੇ ਮਾਸਕ ਪਾਉਣ ਦਾ ਕੰਮ ਨਹੀਂ ਕੀਤਾ ਜਾਂਦਾ। ਜੇਕਰ ਪ੍ਰਸ਼ਾਸਨ ਵੱਲੋਂ ਕੋਈ ਫਾਈਨ ਕਰਨ ਦੀ ਕਾਰਵਾਈ ਕੀਤੀ ਜਾਂਦੀ ਹੈ ਤਦ ਵੀ ਕੁਝ ਲੋਕਾਂ ਨੂੰ ਲੱਗਦਾ ਹੈ, ਤੇ ਪਰੰਤੂ ਜਦੋਂ ਬਿਮਾਰੀ ਤੇਜ਼ੀ ਨਾਲ ਫੈਲੇਗੀ ਤਾਂ ਉਹਦਾ ਨੁਕਸਾਨ ਜ਼ਿਆਦਾ ਹੋਵੇਗਾ। ਸੋ ਮੈਂ ਇਹੀ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਟੈਸਟਿੰਗ ਨੂੰ ਬੜਾਵਾ ਦਈਏ, ਮਾਸਕ ਪਾਈਏ ਔਰ ਬੇਸਿਕ ਹਾਈਜੀਨ ਫਾਲੋ ਕਰੀਏ, ਤਾਂ ਇਸ ਬਿਮਾਰੀ ਨੂੰ ਬਚਿਆ ਜਾ ਸਕਦਾ ਹੈ। ਇਸ ਵੇਲੇ ਕੋਵਿਡ ਦਾ ਪੀਕ ਚੱਲ ਰਿਹਾ ਹੈ, ਪੂਰੇ ਪੰਜਾਬ ਦੇ ਵਿੱਚ ਪੀਕ ਚੱਲ ਰਿਹਾ ਹੈ। ਆਪਣੇ ਗੁਰਦਾਸਪੁਰ ਦੇ ਵਿੱਚ ਮਾਹਿਰਾਂ ਨੇ ਕਿਹਾ ਹੈਗਾ ਕਿ ਪੀਕ 8 ਅਕਤੂਬਰ ਤੱਕ ਚੱਲਦਾ ਰਹੇਗਾ, ਮਤਲਬ 8 ਅਕਤੂਬਰ ਤੱਕ ਕੇਸ ਵੱਧਦੇ ਰਹਿਣਗੇ। ਸੋ ਅਗਲਾ ਮਹੀਨਾ ਬਹੁਤ ਹੀ ਜ਼ਿਆਦਾ ਜ਼ਿੰਮੇਵਾਰੀ ਨਾਲ, ਬਹੁਤ ਜ਼ਿਆਦਾ ਸਮਝਦਾਰੀ ਨਾਲ ਦੇਖਣ ਦਾ ਹੈਗਾ। ਜੇਕਰ ਅਸੀਂ ਇਹ 1 ਮਹੀਨਾ ਪ੍ਰੀਕਾਸ਼ਨ ਲੈ ਲਈ, ਸੋਸ਼ਲ ਡਿਸਟੈਂਸਿੰਗ ਫੋਲੋ ਕਰ ਲਈ, ਤਾਂ ਅਸੀਂ ਇਹ ਤੋਂ ਬਚ ਸਕਦੇ ਹਾਂ। ਸੋਸ਼ਲ ਡਿਸਟੈਂਸਿੰਗ ਕਿੱਥੇ ਕਿੱਥੇ ਉਲੰਘਣਾ ਹੋ ਰਹੀ ਹੈ, ਬੈਂਕਾਂ ਦੇ ਵਿੱਚ ਬਹੁਤ ਉਲੰਘਣਾ ਹੋ ਰਹੀ ਹੈ। ਇਸ ਲਈ ਬੈਂਕਾਂ ਦੇ ਬਹੁਤ ਸਾਰੇ ਅਧਿਕਾਰੀ ਕਰਮਚਾਰੀ ਜਿਹੜੇ ਪੋਜ਼ਿਟਿਵ ਆ ਰਹੇ, ਮਾਰਕੀਟ 'ਚ ਹੋ ਰਹੀ ਹੈ, ਦਫ਼ਤਰਾਂ ਵਿੱਚ ਹੋ ਰਹੀ ਹੈ। ਜੋ ਮੈਂ ਬੇਨਤੀ ਕਰਾਂਗਾ ਕਿ ਆਪਾਂ ਸਾਰੇ ਜਾਣੇ ਜ਼ਿੰਮੇਵਾਰੀ ਲਈਏ ਔਰ ਇਹਨੂੰ ਕਰੀਏ। ਇੱਕ ਕਮੀ ਹੋਰ ਮੈਂ ਵੇਖੀ ਹੈ, ਜਦੋਂ ਕੋਈ ਪੇਸ਼ੈਂਟ ਪੋਜ਼ਿਟਿਵ ਆ ਜਾਂਦਾ ਹੈ, ਉਹ ਆਪਣੇ ਕੰਟੈਕਟਸ ਦੇ ਨਾਮ ਦੱਸਣ ਤੋਂ ਕਤਰਾਉਂਦਾ ਹੈ, ਜਦੋਂ ਕਿ ਇਹ ਸਗੋਂ ਉਹਨਾਂ ਵਾਸਤੇ ਫੇਵਰ ਹੈ। ਸੋ ਉਹਨਾਂ ਨੂੰ ਮੈਂ ਅਪੀਲ ਕਰਾਂਗਾ ਕਿ ਉਹ ਆਪਣੇ ਕੰਟੈਕਟਸ ਦੇ ਨਾਮ ਦੇਣ ਔਰ ਉਹਨਾਂ ਨੂੰ ਟੈਸਟ ਕਰਵਾਉਣ, ਤਾਂ ਕਿ ਜੇਕਰ ਕੋਈ ਪੋਜ਼ਿਟਿਵ ਹੈ ਔਰ ਇਹ ਸਿੰਪਟੋਮੈਟਿਕ ਹੈ, ਉਹਨੂੰ ਘਰੇ ਸ਼ਿਫਟ ਰੱਖਿਆ ਜਾ ਸਕੇ, ਅਸੀਂ ਚੇਨ ਨੂੰ ਮੋੜਿਆ ਜਾ ਸਕੇ। ਪਰ ਜੇਕਰ ਅਸੀਂ ਇਹ ਟੈਸਟਿੰਗ ਲਾਂਚ ਅਸਫਲ ਰਹੇ ਤਾਂ ਮੈਂ ਆਸ਼ਵਾਸਨ ਦਿੰਦਾ ਕਿ ਅਸੀਂ ਕੋਈ ਵੀ ਸਖਤ ਕਦਮ ਚੁੱਕਣ ਤੋਂ ਕਤਰਾਵਾਂਗੇ ਨਹੀਂ। ਜਿਵੇਂ ਤੁਸੀਂ ਵੇਖਿਆ ਹੋਵੇਗਾ ਕਿ ਫਤਿਹਗੜ੍ਹ ਚੂੜੀਆਂ 'ਚ ਮੈਂ ਲਾਕਡਾਊਨ ਕੀਤਾ ਹੈ, 4 ਦਿਨ ਲਾਕਡਾਊਨ ਰਿਹਾ। ਠੀਕ, ਉਹਦੇ ਮਾੜੇ ਪ੍ਰਭਾਵ ਪੈਂਦੇ ਨੇ, ਬਿਜ਼ਨਸ 'ਤੇ ਨੁਕਸਾਨ ਹੁੰਦਾ ਹੈ, ਪਰ ਜ਼ਿੰਦਗੀ ਬਚਾਉਣੀ ਹੈ। ਇਸੇ ਫਤਿਹਗੜ੍ਹ ਚੂੜੀਆਂ 'ਚ ਮੈਂ 4 ਦਿਨ ਪਹਿਲਾਂ 5 ਦਿਨ ਪਹਿਲਾਂ ਮੀਟਿੰਗ ਕੀਤੀ ਸੀਗੀ। ਉਦੋਂ ਸਾਰਿਆਂ ਨੂੰ ਅਪੀਲ ਕੀਤੀ ਸੀ ਕਿ ਟੈਸਟ ਕਰਵਾਓ, ਪਰ ਉਦੋਂ ਜ਼ਿਆਦਾ ਕਿਸੇ ਨੇ ਧਿਆਨ ਨਹੀਂ ਦਿੱਤਾ। ਜਦੋਂ ਇੱਕ ਦਿਨ 'ਚ 2 ਮੌਤਾਂ ਹੋ ਗਈਆਂ ਤਾਂ ਸਾਰੇ ਨਾਗਰਿਕ ਕਹਿਣ ਲੱਗੇ ਹੁਣ ਲਾਕਡਾਊਨ ਕਰ ਦਿਓ। ਲਾਕਡਾਊਨ ਦਾ ਗਰੀਬ ਬੰਦੇ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਸੋ ਜੇਕਰ ਗੁਰਦਾਸਪੁਰ ਸ਼ਹਿਰ ਦੀਨਾਨਗਰ ਦੇ 'ਚ ਲੋੜ ਪੈਗੀ ਤਾਂ ਕਰਫਿਊ ਲਗਾਇਆ ਜਾਵੇਗਾ, ਪਰੰਤੂ ਮੈਂ ਨਹੀਂ ਚਾਹੁੰਦਾ ਕਿ ਅਸੀਂ ਸ਼ਹਿਰ 'ਚ ਕਰਫਿਊ ਲਗਾਈਏ ਜਾਂ ਸਖਤੀ ਕਰੀਏ। ਪਰੰਤੂ ਇਹ ਗੱਲ ਜ਼ਰੂਰ ਹੈ ਕਿ ਅਸੀਂ ਬਿਮਾਰੀ ਨੂੰ ਫੈਲਣ ਤੋਂ ਰੋਕਣਾ ਹੈ। ਸੋ ਟੈਸਟਿੰਗ ਨੂੰ ਬੜਾਵਾ ਦਈਏ, ਟੈਸਟ ਕਰਾਈਏ। ਅੱਜ ਹੁਣ ਜਿਹੜੀ ਸਾਡੀ ਰੈਪਿਡ ਐਂਟੀਜਨ ਟੈਸਟ ਕਿੱਟ ਹੈ, ਉਹਦੇ ਨਾਲ ਅੱਧੇ ਪੌਣੇ ਘੰਟੇ ਦਾ ਰਿਜ਼ਲਟ ਮਿਲ ਜਾਂਦਾ ਹੈ, ਅਤੇ ਜੇਕਰ ਬੰਦਾ ਪੋਜ਼ੀਟਿਵ ਆਪਣੇ ਘਰੇ ਆਪਣੇ ਆਪ ਨੂੰ ਕੁਆਰੰਟਾਈਨ ਕਰ ਸਕਦਾ, ਆਈਸੋਲੇਟ ਕਰ ਸਕਦਾ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਿਰ ਇੱਕ ਵਾਰੀ ਬੇਨਤੀ ਕਰਦਾ ਆਪਣੇ ਜ਼ਿਲ੍ਹਾ ਵਾਸੀਆਂ ਨੂੰ ਕਿ ਆਪਾਂ ਹੁਣ ਤੱਕ ਕਾਫੀ ਹੱਦ ਤੱਕ ਬਚੇ ਰਹੇ ਹਾਂ। ਹੁਣ ਥੋੜ੍ਹੇ ਜਿਹੇ ਕੇਸ ਵੱਧ ਰਹੇ ਨੇ, ਅਸੀਂ ਉਹਨਾਂ ਤੋਂ ਬਚਣ ਦੇ ਲਈ ਜੋ ਮੈਂ ਮੁੱਢਲੀਆਂ ਗੱਲਾਂ ਕੀਤੀਆਂ, ਟੈਸਟਿੰਗ ਬਾਰੇ, ਮਾਸਕ ਬਾਰੇ ਅਤੇ ਹੋਮ ਆਈਸੋਲੇਸ਼ਨ ਬਾਰੇ, ਉਹਦੀ ਸਖਤੀ ਨਾਲ ਪਾਲਣਾ ਕਰੀਏ ਔਰ ਆਸ ਕਰਦੇ ਹਾਂ ਕਿ ਆਪਾਂ ਸਾਰੇ ਤੰਦਰੁਸਤ ਰਹਾਂਗੇ ਔਰ ਆਪਣੇ ਆਸ ਪਾਸ ਨੂੰ ਤੰਦਰੁਸਤ ਰੱਖਾਂਗੇ। ਕਿਸੇ ਨੂੰ ਵੀ ਕੋਈ ਸਮੱਸਿਆ ਆਉਂਦੀ ਹੈ, ਸਾਡੇ ਨਾਲ ਸੰਪਰਕ ਕਰ ਸਕਦਾ ਹੈ, 104 ਨੰਬਰ 'ਤੇ ਡਾਇਲ ਕਰ ਸਕਦਾ ਹੈ। ਪਰੰਤੂ ਇਸ ਵੇਲੇ ਬਿਲਕੁਲ ਅਵੇਸਲੇ ਨਹੀਂ ਹੋਣਾ। ਆਪਾਂ ਸਾਰੇ ਰਲ ਮਿਲ ਕੇ ਟੀਮ ਵਰਕ ਦੇ ਤੌਰ 'ਤੇ ਇਸ ਮਹਾਮਾਰੀ ਨੂੰ ਲੜਨਾ ਹੈ। 2-3 ਮਹੀਨੇ ਬਾਅਦ ਆਪਾਂ ਨੂੰ ਹੋ ਸਕਦਾ ਕੋਈ ਵੈਕਸੀਨ ਮਿਲ ਜਾਵੇ ਤਾਂ ਆਪਾਂ ਇਹਦੀ ਚਪੇਟ 'ਚੋਂ ਛੁਟਕਾਰਾ ਪਾ ਸਕਦੇ। ਬਹੁਤ ਬਹੁਤ ਧੰਨਵਾਦ। ਜੈ